ਹੈਲੋ एवरीवन, ਐਜ਼ ਯੂ ਨੋ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਕੁਐਸਚਨ ਨੰਬਰ 91 ਤੋਂ ਕੁਐਸਚਨ ਨੰਬਰ 120 ਤੱਕ ਕਵਰ ਕੀਤੇ ਸੀਗੇ ਤੇ ਅਸੀਂ ਪੇਪਰ ਜੋ ਕਰ ਰਹੇ ਹਾਂ ਉਹ 2014 ਦਾ ਕਰ ਰਹੇ ਹਾਂ ਪੀਏ ਸਟੈਟ ਦਾ। ਤੇ ਹੁਣ ਅਸੀਂ 121 ਨੰਬਰ ਕੁਐਸਚਨ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾ ਕੁਐਸਚਨ ਹੈ ਸਾਡੇ ਕੋਲ 121 ਨੰਬਰ ਕੁਐਸਚਨ ਕਿ ਕਿਹੜੇ ਦੋ ਅਧਿਕਾਰੀਆਂ ਨੂੰ ਵਿਧਾਨ ਸਭਾ ਦੀ ਕਾਰਵਾਈ 'ਚ ਹਿੱਸਾ ਲੈਣ ਦਾ ਤਾਂ ਅਧਿਕਾਰ ਹੈ ਪਰ ਮਤ ਦੇਣ ਦਾ ਅਧਿਕਾਰ ਨਹੀਂ ਹੈ। ਫਿਲਹਾਲ ਅਸੀਂ ਸਿਰਫ ਆਨਸਰ ਡਿਸਕਸ ਕਰਦੇ ਹਾਂ। ਪ੍ਰੋਸੈਸ ਕੀ ਆ ਕਿ ਕਿਉਂ ਨਹੀਂ ਉਹ ਵੋਟ ਪਾ ਸਕਦੇ ਆ, ਕੀ ਸਿਸਟਮ ਉਹ ਅਸੀਂ ਡਿਸਕਸ ਕਰਾਂਗੇ ਆਪਣੇ ਲੈਕਚਰ ਸਿਸਟਮ ਦੇ ਵਿੱਚ, ਲੈਕਚਰਸ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਦੀ। ਪਹਿਲਾ ਪੁਆਇੰਟ ਸਾਡੇ ਕੋਲ ਸੋਲਿਸਿਟਰ ਜਨਰਲ, ਅਟਾਰਨੀ ਜਨਰਲ, ਐਡਵੋਕੇਟ ਜਨਰਲ ਜਾਂ ਫਿਰ ਕਾਨੂੰਨੀ ਸਕੱਤਰ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਅਟਾਰਨੀ ਜਨਰਲ ਔਰ ਐਡਵੋਕੇਟ ਜਨਰਲ। ਇਹ ਪਾਰਟਿਸਿਪੇਟ ਤਾਂ ਕਰ ਸਕਦੇ ਨੇ ਪਰ ਇਹ ਵੋਟ ਨਹੀਂ ਪਾ ਸਕਦੇ। ਨੈਕਸਟ ਕੁਐਸਚਨ ਹੈ ਕਿ ਰਾਜੇ ਅਸ਼ੋਕ ਨਾਲ ਸੰਬੰਧਿਤ ਕੰਧਾਰ 'ਚ ਲੱਭੇ ਸ਼ਿਲਾਲੇਖ ਦੋ ਵੱਖ-ਵੱਖ ਲਿਪੀਆਂ ਵਿੱਚ ਲਿਖੇ ਗਏ ਸਨ, ਉਹ ਕਿਹੜੇ ਸਨ? ਸਾਡੇ ਕੋਲ ਆਪਸ਼ਨਸ ਨੇਗੀਆਂ ਸੰਸਕ੍ਰਿਤ ਕੰਨੜ, ਗ੍ਰੀਕ ਅਰਮੈਕ, ਫਾਰਸੀ ਖਰੋਸ਼ਟੀ ਜਾਂ ਫਿਰ ਪ੍ਰਾਕਿਰਤਿਕ ਅਤੇ ਬ੍ਰਾਹਮੀ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਗ੍ਰੀਕ ਅਤੇ ਅਰਮੈਕ। ਨੈਕਸਟ ਕੁਐਸਚਨ ਹੈ ਸਾਡੇ ਕੋਲ ਕਿ ਰਾਜ ਸਭਾ ਦਾ ਪਦ ਕਾਰਨੀ ਸਭਾਪਤੀ ਹੁੰਦਾ ਹੈ। ਦ ਐਕਸ ਆਫੀਸ਼ੀਅਲ ਚੇਅਰਮੈਨ ਆਫ ਦੀ ਰਾਜ ਸਭਾ। ਅਸੀਂ ਆਲਰੇਡੀ ਪਿਛਲੇ ਪੇਪਰ ਦੇ ਵਿੱਚ ਇਹਦੀ ਗੱਲ ਕਰ ਚੁੱਕੇ ਹਾਂ। ਪ੍ਰੀਵੀਅਸ ਪੇਪਰ ਦੇ ਵਿੱਚ ਆ ਚੁੱਕਿਆ ਹੈ, 2013 ਦੇ ਆਈ ਥਿੰਕ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ। ਭਾਰਤ ਦਾ ਉਪ ਰਾਸ਼ਟਰਪਤੀ ਜਿਹੜਾ ਉਹ ਰਾਜ ਸਭਾ ਦਾ ਐਕਸ ਆਫੀਸ਼ੀਅਲ ਚੇਅਰਮੈਨ ਹੁੰਦਾ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲ ਕਿ ਸੰਵਿਧਾਨ ਤਹਿਤ ਅਵਸ਼ਿਸ਼ਟ, ਅੱਛਾ ਇਸ ਦੇ ਵਿੱਚ ਹੀ ਅਸੀਂ ਆਹ ਵਾਲਾ ਕੁਐਸਚਨ ਵੀ ਕਰ ਚੁੱਕੇ ਹਾਂ ਕਿ ਭਾਰਤ ਦਾ ਜਿਹੜਾ ਰਾਸ਼ਟਰਪਤੀ ਆ ਉਹ ਕੌਣ ਹੁੰਦਾ ਹੈ। ਭਾਰਤ ਦਾ ਜਿਹੜਾ ਰਾਸ਼ਟਰਪਤੀ ਆ ਉਹ ਡਿਫੈਂਸ ਆਪਣੇ ਆਰਮੀ ਦੇ ਵਿੱਚ ਉਹ ਹੈੱਡ ਹੁੰਦਾ ਹੈ ਆਪਣਾ। ਇਹ ਵੀ ਕੁਐਸਚਨ ਅਸੀਂ ਤਿੰਨੇ ਆਰਮੀਜ਼ ਦੀ ਜਦੋਂ ਮੈਂ ਗੱਲ ਕੀਤੀ ਸੀਗੀ ਤੁਹਾਨੂੰ ਪਿਛਲੇ ਪੇਪਰ ਦੇ ਵਿੱਚ ਇਹ ਵੀ ਦੱਸਿਆ ਹੋਇਆ ਹੈ। ਨੈਕਸਟ ਕੁਐਸਚਨ ਜੋ ਸੰਵਿਧਾਨ ਤਹਿਤ ਅਵਸ਼ਿਸ਼ਟ ਸ਼ਕਤੀ ਨਿਹਿਤ ਹੈ, ਕਹਿੰਦੇ ਵੀ ਦਾ ਰੈਜ਼ੀਡੂਅਲ ਪਾਵਰ, ਉਹੀ ਜਿਹੜਾ ਆਪਾਂ ਲੇਟੈਸਟ ਜੋ ਪਿਛਲੀ ਵੀਡੀਓ ਦੇ ਵਿੱਚ ਕਰਕੇ ਹਟੇ ਹਾਂ। ਤੁਹਾਨੂੰ ਮੈਂ ਦੱਸਿਆ ਸੀਗਾ ਨਾ ਲਾਸਟ ਦੇ ਵਿੱਚ ਲਿਸਟ ਸਿਸਟਮ ਕੀ ਆ, ਰੈਜ਼ੀਡੂਅਰੀ ਪਾਵਰ ਕਿਹੜੀਆਂ ਹੁੰਦੀਆਂ ਨੇ, ਹੈ ਨਾ, ਜਿਹੜੀਆਂ ਰਹਿੰਦ ਖੂੰਹਦ ਵਾਲੀਆਂ ਪਾਵਰਸ, ਕਿ ਉਹਨਾਂ ਦੇ ਉੱਪਰ ਰਾਈਟ ਕਿਸ ਦਾ ਹੈ, ਉਹ ਰੂਲ ਰੈਗੂਲੇਸ਼ਨ ਕੌਣ ਬਣਾ ਸਕਦਾ ਹੈ। ਇਹ ਵਾਲੇ ਕੁਐਸਚਨ ਤੁਹਾਨੂੰ ਮੈਂ ਕਿਹਾ ਸੀਗਾ ਨਾ ਕਿ ਨੈਕਸਟ ਅਸੀਂ ਡਿਸਕਸ ਕਰਾਂਗੇ। ਸੋ ਅਸੀਂ ਡਿਸਕਸ ਕਰ ਹੀ ਰਹੇ ਹਾਂ ਕਿ ਇਸ ਦੇ ਉੱਪਰ ਜੋ ਨਿਹਿਤ ਹੈ ਸ਼ਕਤੀ, ਮਤਲਬ ਕਿ ਕੌਣ ਇਸ ਦੇ ਉੱਪਰ ਰੂਲ ਕੌਣ ਬਣਾ ਸਕਦਾ ਹੈ। ਓਬਵੀਅਸ ਜੀ ਗੱਲ ਹੈ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੇ ਪੇਪਰ ਦੇ ਵਿੱਚ ਸੰਘ ਵਿਧਾਨ ਮੰਡਲ, ਮਤਲਬ ਕਿ ਸੈਂਟਰ ਗਵਰਨਮੈਂਟ ਹੈ ਜਿਹੜੀ ਇਸ ਦੇ ਉੱਪਰ ਰੂਲ ਬਣਾ ਸਕਦੀ ਆ। ਉਹ ਜੋ ਰੂਲ ਐਂਡ ਰੈਗੂਲੇਸ਼ਨ ਆ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੀ ਹੈ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕਿ ਹੇਠ ਲਿਖਿਆਂ ਚੋਂ ਸੰਯੁਕਤ ਰਾਜ ਸੰਗਠਨ ਦੇ ਕਿਹੜੇ ਸਥਾਈ ਮੈਂਬਰ ਨੇ ਵੀਟੋ ਸ਼ਕਤੀ ਦੀ ਵਰਤੋਂ ਸਭ ਤੋਂ ਜ਼ਿਆਦਾ ਵਾਰ ਕੀਤੀ ਹੈ। ਯੂਐਨਓ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਟੌਪਿਕ ਆ ਜਿਹੜਾ ਕਿ 5 ਤੋਂ 6 ਲੈਕਚਰ ਲੈ ਕੇ ਜਾਂਦਾ ਹੈ ਔਰ ਹਰ ਵਾਰ ਇਸ ਤੋਂ ਕੁਐਸਚਨ ਆਉਂਦੇ ਨੇ। ਕੰਪੀਟੀਟਿਵ ਐਗਜ਼ਾਮਸ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਰਹਿ ਚੁੱਕਿਆ ਹੈ। ਹਰ ਵਾਰੀ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਵੀ ਇਸ ਤੋਂ ਕੁਐਸਚਨ ਆਉਂਦੇ ਨੇ। ਸੋ ਵੀਟੋ ਪਾਵਰ ਕਿਸ ਸਟੇਟ ਨੇ, ਕਿਸ ਕੰਟਰੀ ਨੇ ਸਭ ਤੋਂ ਵੱਧ ਯੂਜ਼ ਕੀਤੀ ਹੈ? ਉਸ ਦਾ ਤਾਂ ਸਹੀ ਆਨਸਰ ਹੈਗਾ USSR, ਰੂਸ ਨੇ ਸਭ ਤੋਂ ਵੱਧ ਜੋ ਵੀਟੋ ਪਾਵਰ ਆ ਉਹ ਯੂਜ਼ ਕੀਤੀ ਆ। ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਅਜਿਹੀਆਂ 5 ਕੰਟਰੀਜ਼ ਕਿਹੜੀਆਂ ਨੇ ਜਿਨ੍ਹਾਂ ਕੋਲੇ ਵੀਟੋ ਪਾਵਰ ਆ, ਜਾਂ ਫਿਰ ਇਹ ਕਹਿ ਲਓ ਕਿ ਪਰਮਾਨੈਂਟ ਕੰਟਰੀਜ਼ UNO ਦੀਆਂ ਕਿੰਨੀਆਂ ਨੇ, ਨੋਨ ਪਰਮਾਨੈਂਟ ਕੰਟਰੀਜ਼ UNO ਦੀਆਂ ਕਿੰਨੀਆਂ ਨੇ। ਤੇ ਜਿੰਨੀਆਂ ਪਰਮਾਨੈਂਟ ਕੰਟਰੀ ਨੇ ਉਨੀਆਂ ਸਾਰੀਆਂ ਦੀਆਂ ਸਾਰੀਆਂ ਕੰਟਰੀਜ਼ ਕੋਲੇ ਹੀ ਵੀਟੋ ਪਾਵਰ ਹੈਗੀ ਆ। ਇਹਦੇ ਵਿੱਚ USA ਕੋਲੇ ਵੀਟੋ ਪਾਵਰ ਹੈ, ਮਤਲਬ ਕਿ USA ਪਰਮਾਨੈਂਟ ਕੰਟਰੀ ਆ, ਰੂਸ ਪਰਮਾਨੈਂਟ ਕੰਟਰੀ ਆ, ਬਰਤਾਨੀਆ ਜਿਹਨੂੰ ਅਸੀਂ UK ਕਹਿੰਦੇ ਆ ਇਹ ਵੀ ਪਰਮਾਨੈਂਟ ਕੰਟਰੀ ਆ, ਫਰਾਂਸ ਵੀ ਪਰਮਾਨੈਂਟ ਕੰਟਰੀ ਆ। ਤਾਂ ਇੱਕ ਬਚ ਗਈ, ਇੱਕ ਜਿਹੜੀ ਹੋਰ ਆ ਉਹ ਪਰਮਾਨੈਂਟ ਕੰਟਰੀ ਹੈਗੀ ਆ ਤੁਹਾਡੇ ਚਾਈਨਾ ਵੀ ਪਰਮਾਨੈਂਟ ਕੰਟਰੀ ਆ। ਮਤਲਬ ਜਿੰਨੀਆਂ ਪਰਮਾਨੈਂਟ ਕੰਟਰੀਆਂ ਨੇ ਓਨਿਆਂ ਕੋਲੇ ਹੀ ਵੀਟੋ ਪਾਵਰ ਹੋਵੇਗੀ। ਨੋਨ ਪਰਮਾਨੈਂਟ ਕੰਟਰੀ ਆ ਜਿਹੜੀ ਉਹ ਹੈਗੀਆਂ ਨੇ ਟੋਟਲ ਗਿਣਤੀ ਦੇ ਵਿੱਚ 10, ਜਿਹੜੀਆਂ ਕਿ ਹਰ 2 ਸਾਲ ਬਾਅਦ ਚੇਂਜ ਹੋ ਜਾਂਦੀਆਂ ਨੇ। ਆਫਟਰ ਐਵਰੀ 2 ਇਅਰਸ ਚੇਂਜ ਹੋ ਜਾਂਦੀਆਂ ਨੇ। ਹੁਣ ਮੇਰਾ ਤੁਹਾਡੇ ਲਈ ਕੁਐਸਚਨ ਇਹ ਆ ਕਿ ਇਸ ਸਾਲ 2021 ਜੋ ਚੱਲ ਰਿਹਾ ਹੈ, ਕੀ ਇਸ ਸਾਲ ਇੰਡੀਆ UNO ਦਾ ਨੋਨ ਪਰਮਾਨੈਂਟ ਮੈਂਬਰ ਹੈਗਾ ਹੈ ਜਾਂ ਨਹੀਂ ਹੈਗਾ? ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ। ਨੈਕਸਟ ਕੁਐਸਚਨ ਹੈ ਪੂਨਾ ਸਮਝੌਤਾ 1932 ਕੀ ਸੀਗਾ? ਪੂਨਾ ਪੈਕਟ ਕੀ ਸੀਗਾ? ਜਿੱਥੇ ਪੂਨਾ ਪੈਕਟ ਆ ਗਿਆ ਸਮਝ ਲਿਓ ਕਿ ਇਹ ਮਹਾਤਮਾ ਗਾਂਧੀ ਔਰ BR ਅੰਬੇਦਕਰ ਦੀ ਗੱਲ ਹੋ ਰਹੀ ਆ। ਤਾਂ ਆਪਾਂ ਦੇਖ ਲੈਂਦੇ ਇੱਥੇ ਕਿਹੜੀ ਆਪਸ਼ਨ ਪਈ ਆ। ਰਾਮ ਸੇ ਮੈਕਡੋਨਲਡ ਫਿਰਕੂਜ਼ ਫੈਸਲੇ ਦੇ ਸਮਰਥਨ 'ਚ ਮਹਾਤਮਾ ਗਾਂਧੀ ਤੇ ਡਾਕਟਰ ਅੰਬੇਦਕਰ ਵਿਚਕਾਰ ਇੱਕ ਸੰਧੀ ਵਜੋਂ। ਬਸ ਗੱਲ ਖਤਮ ਹੈ। ਸਾਡਾ B ਆਪਸ਼ਨ ਜਿਹੜੀ ਸਹੀ ਹੈ।
ਨੈਕਸਟ ਕੁਐਸਚਨ ਹੈ ਕਿ ਹੇਠ ਲਿਖਿਆਂ ਚੋਂ ਕਿਹੜਾ ਯਾਤਰੀ ਬੋਧੀ ਤੀਰਥ ਯਾਤਰੀ ਵਜੋਂ ਭਾਰਤ ਨਹੀਂ ਆਇਆ ਸੀ, ਐਜ਼ ਅ ਬੁੱਧਿਸਟ ਨਹੀਂ ਸੀਗਾ ਉਹ। ਕੁਐਸਚਨ ਰਿਪੀਟ ਹੋਇਆ ਬਸ ਥੋੜਾ ਜਿਹਾ ਬਦਲਿਆ ਹੋਇਆ। ਤੁਹਾਨੂੰ ਜਿਹੜੀ ਮੈंने ਡਿਟੇਲ ਦਿੱਤੀ ਸੀਗੀ ਪਿਛਲੇ ਪੇਪਰ ਦੇ ਵਿੱਚ 2013 ਦੇ ਪੇਪਰ 'ਚ, ਜਿਹਦੇ 'ਚ ਮੈंने ਕਿਹਾ ਸੀਗਾ ਕਿ ਨੋਟਸ ਆਪਣੇ ਬਣਾ ਕੇ ਰੱਖਿਓ, ਜੋ ਵੀ ਮੈਂ ਤੁਹਾਨੂੰ ਐਕਸਟਰਾ ਲਿਖਵਾ ਰਿਹਾ ਉਹਨੂੰ ਨਾਲ ਦੀ ਨਾਲ ਨੋਟ ਕਰ ਲਿਓ, ਦੇਖਿਓ ਉਹਦੇ ਵਿੱਚੋਂ ਕੰਮ ਆ ਰਿਹਾ ਹੈ। ਇਬਨ ਬਤੂਤਾ ਜਿਹੜਾ ਕਿ ਮੋਰੋਕਨ ਸਕੋਲਰ ਸੀਗਾ, ਮੋਰੋਕੋ ਦਾ ਰਹਿਣ ਵਾਲਾ ਸੀਗਾ, ਤਾਂ ਫਿਰ ਓਬਵੀਅਸ ਹੀ ਗੱਲ ਹੈ ਕਿ ਇਹ ਬੰਦਾ ਜਿਹੜਾ ਇਹ ਬੋਧੀ ਤੀਰਥੀ ਨਹੀਂ ਸੀਗਾ, ਇਹ ਬੁੱਧਿਸਟ ਨਹੀਂ ਸੀਗਾ, ਕਿਉਂਕਿ ਤਾਂ ਮੁਸਲਿਮ ਸੀਗਾ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਕਿ ਜਿਹੜੇ ਬਾਕੀ ਦੇ ਬੰਦੇ ਨੇ ਉਹ ਕੌਣ ਸੀਗੇ, ਬੁੱਧਿਸਟ ਸੀਗੇ। ਫਾਹਿਆਨ ਹੋ ਗਿਆ, ਹਿਊਨਸਾਂਗ ਹੋ ਗਿਆ, ਇਤ ਸਿੰਘ ਹੋ ਗਿਆ, ਇਹ ਬੁੱਧਿਸਟ ਸੀਗੇ। ਸੋ ਕੁਐਸਚਨ ਦੇ ਵਿੱਚੋਂ ਕੁਐਸਚਨ ਗਾਇਜ਼ ਇਹ ਨਿਕਲ ਰਹੇ ਨੇ, ਆਪਸ਼ਨ ਦੇ ਵਿੱਚੋਂ ਆਪਸ਼ਨ ਕੱਢ ਕੇ ਅਸੀਂ ਹੋਰ ਕੁਐਸਚਨ ਬਣਾ ਰਹੇ ਹਾਂ। ਸੋ ਆਪਣਾ ਬੀ ਕੇਅਰਫੁਲ, ਠੀਕ ਹੈ। ਨੈਕਸਟ ਕੁਐਸਚਨ ਹੈ ਕਿ ਹੇਠ ਲਿਖਿਆਂ ਚੋਂ ਕਿਹੜਾ ਸੁਲਤਾਨ ਸੀ ਜਿਸਨੇ ਸਭ ਤੋਂ ਪਹਿਲਾਂ ਔੜ ਸੰਹਿਤਾ ਫੇਮਾਈਨ ਕੋਡ, ਔੜ ਸੰਹਿਤਾ ਫੇਮਾਈਨ ਕੋਡ ਨਾਲ ਗ੍ਰਸਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਬਣਾਇਆ ਸੀ। ਮਤਲਬ ਕਿ ਉਸਨੇ ਇੱਕ ਫੇਮਾਈਨ ਕੋਡ ਬਣਾਇਆ ਸੀਗਾ, ਜਿਹੜੇ ਵੀ ਫੇਮਾਈਨ ਦੇ ਵਿੱਚ ਲੋਕੀ ਉਲਝੇ ਹੋਏ ਨੇ, ਜਿਹੜੇ ਵੀ ਫੇਮਾਈਨ ਦੇ ਵਿੱਚ ਫੇਮਾਈਨ ਦੀ ਲਪੇਟ 'ਚ ਆਏ ਹੋਏ ਨੇ, ਉਹਨਾਂ ਵਾਸਤੇ ਇੱਕ ਸੈਂਟਰ ਬਣਾਇਆ ਸੀਗਾ, ਉਹਨਾਂ ਨੂੰ ਰਿਲੀਫ ਪਹੁੰਚਾਉਣ ਵਾਸਤੇ, ਰਾਹਤ ਪਹੁੰਚਾਉਣ ਵਾਸਤੇ। ਕੌਣ ਸੀਗਾ ਉਹ ਬੰਦਾ? ਬਲਬਨ, ਅਲਾਉਦੀਨ ਖਿਲਜੀ, ਫਿਰੋਜ਼ ਤੁਗਲਕ ਜਾਂ ਫਿਰ ਮੁਹੰਮਦ ਬਿਨ ਤੁਗਲਕ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਮੁਹੰਮਦ ਬਿਨ ਤੁਗਲਕ। ਨੈਕਸਟ ਕੁਐਸਚਨ ਅਸੀਂ ਡਿਸਕਸ ਕਰਦੇ ਹਾਂ, ਕੁਐਸਚਨ ਨੰਬਰ 129। ਹੇਠ ਲਿਖਿਆਂ ਚੋਂ ਕਿਸ ਨੂੰ ਗੈਰ ਇਸਲਾਮਿਕ ਮੰਨੇ ਜਾਣ ਕਾਰਨ ਇੰਡੋ ਇਸਲਾਮੀ ਭਵਨ ਨਿਰਮਾਣ ਕਲਾ ਵਿੱਚ ਦਰਸਾਇਆ ਨਹੀਂ ਗਿਆ? ਮੇਰਾ ਖਿਆਲ ਹੈ ਕਿ ਜਿੰਨੇ ਵੀ ਮੁਸਲਿਮ ਵਿਜ਼ਿਟਰਸ ਨੇ, ਮਤਲਬ ਕਿ ਜਿੰਨੇ ਵੀ ਤੁਸੀਂ ਮੁਸਲਿਮ ਇਸ ਵੀਡੀਓ ਨੂੰ ਦੇਖ ਰਹੇ ਹੋ, ਉਹ ਸਾਰੇ ਇਸ ਦਾ ਸਹੀ ਆਨਸਰ ਦੇ ਦੇਣਗੇ, ਕਿਉਂਕਿ ਮੁਸਲਿਮਸ ਨੂੰ ਪਤਾ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਫੋਟੋਗ੍ਰਾਫੀ ਅਲਾਉਡ ਨਹੀਂ ਹੈਗੀ। ਮੁਸਲਿਮਸ ਘਰਾਂ ਦੇ ਵਿੱਚ ਫੋਟੋਜ਼ ਨਹੀਂ ਲਗਾਉਂਦੇ। ਸ਼ਾਇਦ ਜਿੰਨੇ ਵੀ ਸਾਡੇ ਮੁਸਲਿਮਸ ਨੇ ਉਹ ਸਭ ਨੂੰ ਪਤਾ ਹੈ ਕਿ ਮੁਸਲਿਮਸ ਨੇ ਜੋ ਫੋਟੋਜ਼ ਨਹੀਂ ਲਗਾਉਂਦੇ। ਸੋ ਓਬਵੀਅਸ ਜੀ ਗੱਲ ਹੈ ਕਿ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਮਾਨਵ ਅਤੇ ਜਾਨਵਰਾਂ ਦੇ ਚਿੱਤਰਾਂ ਨੂੰ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਮੁਸਲਿਮਸ ਅਗਰ ਫੋਟੋਜ਼ ਲਗਾਉਂਦੇ ਨੇ ਤਾਂ ਰਹਿਮਤ ਨਹੀਂ ਆਉਂਦੀ ਹੈਗੀ, ਜੋ ਰੱਬ ਵੱਲੋਂ ਇੱਕ ਰਹਿਮਤ ਦਿੱਤੀ ਜਾਂਦੀ ਹੈ, ਰਹਿਮਤ ਆਉਂਦੀ ਹੈ ਰੱਬ ਵੱਲੋਂ। ਰਹਿਮਤ ਦਾ ਜੋ ਫਰਿਸ਼ਤਾ ਹੈ ਉਹ ਘਰਾਂ ਦੇ ਵਿੱਚ ਨਹੀਂ ਪ੍ਰਵੇਸ਼ ਕਰਦਾ। ਅਗਰ ਅਸੀਂ ਫੋਟੋਜ਼ ਓਪਨਲੀ ਰੱਖਦੇ ਹਾਂ ਕਮਰੇ ਦੇ ਵਿੱਚ, ਉੱਥੇ ਹੀ ਫੋਟੋਜ਼ ਪਈਆਂ ਨੇ, ਉੱਥੇ ਹੀ ਅਸੀਂ ਇਬਾਦਤ ਕਰਦੇ ਹਾਂ, ਅਗਰ ਅਸੀਂ, ਇਹ ਮੰਨਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਪੁਰਾਤੱਤਵ ਵਿਗਿਆਨੀਆਂ ਅਨੁਸਾਰ ਆਦਿ ਕਾਲ ਸੀ ਤਾਮਰ ਪਾਸ਼ਾਨ, ਦੇਖੋ ਕਿੰਨੇ ਔਖੇ ਵਰਡ ਨੇ, ਮੱਧ ਪਾਸ਼ਾਨ, ਪੁਰਾ ਪਾਸ਼ਾਨ, ਸਿੰਪਲ ਜਿਹੇ ਲਫ਼ਜ਼ ਨੇ, ਮੈਸੋਲਿਥਿਕ। ਤੁਹਾਨੂੰ ਮੈਂ ਇੱਥੇ ਵਰਡ ਲਿਖ ਦਿੰਦਾ, ਮੈਸੋਲਿਥਿਕ, ਜੋ ਇੰਗਲਿਸ਼ 'ਚ ਆਲਰੇਡੀ ਲਿਖੇ ਪਏ ਨੇ, ਪੈਲਿਓਲਿਥਿਕ, ਇੱਕ ਹੈਗਾ ਹੈ ਨਿਊਲਿਥਿਕ। ਇਹਦੇ ਵਿੱਚ ਲਿਥਿਕ ਦਾ ਮਤਲਬ ਹੈਗਾ ਏ ਪੱਥਰ ਯੁੱਗ, ਪੱਥਰ, ਲਿਥਿਕ ਮਤਲਬ ਪੱਥਰ। ਤਾਂ ਮਤਲਬ ਹੁਣ ਆਪਣਾ ਕੁਐਸਚਨ ਆ ਜੋ ਤੁਹਾਨੂੰ ਥੋੜਾ ਸਿੰਪਲ ਬਣਾਉਣਾ ਕਿ ਪੁਰਾਤੱਤਵ ਵਿਗਿਆਨੀ ਅਨੁਸਾਰ ਆਦਿ ਕਾਲ, ਸਭ ਤੋਂ ਪੁਰਾਣਾ ਕਾਲ ਕਿਹੜਾ ਸੀਗਾ? ਪੁਰਾ ਪਾਸ਼ਾਨ ਮਤਲਬ ਕਿ ਪੁਰਾਣਾ ਪੱਥਰ ਯੁੱਗ, ਪੈਲਿਓਲਿਥਿਕ, ਮੈਸੋਲਿਥਿਕ ਜਾਂ ਫਿਰ ਨਿਊਲਿਥਿਕ। ਓਬਵੀਅਸ ਜਗ੍ਹਾ ਨਾਮ ਤੋਂ ਪਤਾ ਲੱਗ ਰਿਹਾ, ਪੈਲਿਓਲਿਥਿਕ। ਸਾਡਾ ਜੋ ਸਹੀ ਆਨਸਰ ਹੈ ਉਹ ਪੁਰਾ ਪਾਸ਼ਾਨ ਆ। ਇਸ ਲਈ ਗਾਇਜ਼ ਮੈਂ ਤੁਹਾਨੂੰ ਅਕਸਰ ਕਹਿਣਾ ਹੈ ਕਿ ਤੁਸੀਂ ਨਾ ਆਪਣਾ ਇੰਗਲਿਸ਼ ਦੇ ਵਿੱਚ ਜ਼ਿਆਦਾ ਰਿਹਾ ਕਰੋ, ਇੰਗਲਿਸ਼ ਦੀ ਰੀਡਿੰਗ ਲਿਆ ਕਰੋ, ਇੰਗਲਿਸ਼ ਦੇ ਵਿੱਚ ਟੱਚ ਜ਼ਿਆਦਾ ਰਹੋ ਤਾਂ ਕਿ ਸਾਨੂੰ ਜ਼ਿਆਦਾ ਸਮਝ ਆ ਸਕੇ, ਠੀਕ ਹੈ। ਨੈਕਸਟ ਅਸੀਂ ਕਵਰ ਕਰਦੇ ਹਾਂ, ਸਾਡੇ ਕੋਲ ਨੈਕਸਟ ਕੁਐਸਚਨ ਆ ਰਿਹਾ ਹੈ ਕਿ ਵੈਦਿਕ ਸਾਹਿਤ, ਦੇਖੋ ਵੈਦਿਕ ਦਾ ਵੀ ਕੁਐਸਚਨ ਆ ਗਿਆ ਸੀ, ਵੈਦਿਕ ਦਾ ਹਰ ਵਾਰੀ ਕੁਐਸਚਨ ਰਿਪੀਟ ਹੁੰਦਾ ਹੈ। ਵੈਦਿਕ ਸਾਹਿਤ ਵਿੱਚ ਧਰਮ ਸ਼ਬਦ ਦੀ ਵਰਤੋਂ ਕਿਹੜੇ ਭਾਵ ਬੋਧ 'ਚ ਕੀਤੀ ਗਈ ਹੈ? ਚਾਰ ਆਪਸ਼ਨਸ ਨੇ, ਸਹੀ ਆਪਸ਼ਨ ਹੈਗੀ ਹੈ ਸਮਾਜ ਵਿੱਚ ਵਿਅਕਤੀਗਤ ਕਾਰਵਾਈ ਕਰਨ ਦੇ ਨੇਮ ਵਜੋਂ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕਿ ਇਹਨਾਂ ਚੋਂ ਕਿਹੜਾ ਮੰਦਰ ਆ ਜਿਹੜਾ ਇਸ ਦਾ ਪ੍ਰਮਾਣ ਹੈ ਕਿ ਪ੍ਰਾਚੀਨ ਭਾਰਤ ਦੀਆਂ ਬਸਤੀਵਾਦੀ ਅਤੇ ਸੱਭਿਆਚਾਰਕ ਗਤੀਵਿਧੀਆਂ ਭਾਰਤ ਤੋਂ ਬਾਹਰ ਤੱਕ ਫੈਲੀਆਂ ਹੋਈਆਂ ਸੀਗੀਆਂ? ਕਿਹੜੇ ਮੰਦਰ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਜਿਹੜਾ ਭਾਰਤ ਆ, ਜਿਹੜੀਆਂ ਸਾਡੀਆਂ ਸੱਭਿਆਚਾਰਕ ਜਾਂ ਬਸਤੀਵਾਦੀ ਗਤੀਵਿਧੀਆਂ ਨੇ ਉਹ ਭਾਰਤ ਤੋਂ ਬਾਹਰ ਵੀ ਨੇ? ਅੰਗਕੋਰਵਤ ਮੰਦਰ, ਕੈਲਾਸ਼ ਮੰਦਰ, ਬ੍ਰਿਹਦੀਸ਼ਵਰ ਮੰਦਰ ਜਾਂ ਫਿਰ ਗੰਗਈਕੰਦਾ ਮੰਦਰ? ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਅੰਗਕੋਰਵਤ ਮੰਦਰ। ਸਵਾਲ ਇਹ ਹੈ ਕਿ ਹੁਣ ਇਹ ਹੈ ਕਿੱਥੇ? ਤਾਂ ਇਹ ਹੈਗਾ ਸਾਡਾ ਕੰਬੋਡੀਆ ਦੇ ਵਿੱਚ, ਇਹ ਮੰਦਰ ਸਿਚੁਏਟਡ ਆ ਕੰਬੋਡੀਆ ਦੇ ਵਿੱਚ। ਨੈਕਸਟ ਕੁਐਸਚਨ ਹੈ ਕਿ ਮੁਗਲ ਕਾਲ ਦੌਰਾਨ ਜ਼ਮੀਨ ਮਾਲੀਆ ਪ੍ਰਣਾਲੀ ਕਹਾਉਂਦੀ ਸੀ? ਇਹ ਵਾਲਾ ਕੁਐਸਚਨ ਗਾਇਜ਼ ਗਲਤ ਹੈ, ਇਹ ਵਾਲਾ ਕੁਐਸਚਨ ਦੀ ਸਾਨੂੰ ਗ੍ਰੇਸ ਮਿਲੀ ਸੀਗੀ ਉਹ ਟਾਈਮ ਦੇ ਵਿੱਚ, ਠੀਕ ਹੈ ਜੀ। ਨੈਕਸਟ ਕੁਐਸਚਨ ਆ ਕਿ ਅਕਬਰ ਦੇ ਸਰਵ ਵਿਆਪੀ ਅਮਨ ਦੇ ਅਕੀਦੇ ਨੂੰ ਕਿਹਾ ਜਾਂਦਾ ਹੈ? ਸੁਲਹ ਕੁਲ, ਦੀਨ ਇਲਾਹੀ, ਇਬਾਦਤ ਜਾਂ ਕੋਈ ਨਹੀਂ? ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸੁਲਹ ਕੁਲ। ਨੈਕਸਟ ਕੁਐਸਚਨ ਹੈ
ਕਿ ਭਾਰਤ 'ਚ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਦਾ ਪਹਿਲਾ ਮਹਾਪ੍ਰਾਂਤ ਸੀ ਮਦਰਾਸ, ਹੁਗਲੀ, ਸੂਰਤ, ਮੂਸਲੀਪਤਨ। ਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀਜ਼ ਫਸਟ ਪ੍ਰੈਜ਼ੀਡੈਂਸੀ, ਪਹਿਲੀ ਪ੍ਰੈਜ਼ੀਡੈਂਸੀ ਇੰਡੀਆ ਦੀ ਕਿਹੜੀ ਸੀਗੀ ਬ੍ਰਿਟਿਸ਼ਰਸ ਦੀ? ਉਹ ਸੀਗੀ ਸੂਰਤ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕਿ ਇੰਡੀਅਨ ਸਟੈਂਡਰਡ ਟਾਈਮ, ਵੈਰੀ ਵੈਰੀ ਇੰਪੋਰਟੈਂਟ ਐਂਡ ਵੈਰੀ ਵੈਰੀ ਇੰਟਰਸਟਿੰਗ ਟੌਪਿਕ। ਇੰਡੀਅਨ ਸਟੈਂਡਰਡ ਟਾਈਮ ਕੀ ਆ, ਗ੍ਰੀਨਵਿਚ ਸਟੈਂਡਰਡ ਟਾਈਮ ਕੀ ਆ? ਜਦੋਂ ਅਸੀਂ ਗਲੋਬ ਬਾਰੇ ਕਰਾਂਗੇ, ਜਦੋਂ ਅਸੀਂ 6th ਕਲਾਸ ਦੇ ਚੈਪਟਰਸ ਕਰਾਂਗੇ, ਉਦੋਂ ਤੁਹਾਨੂੰ ਮੈਂ ਇਸ ਬਾਰੇ ਦੱਸਾਂਗਾ ਡਿਟੇਲ ਦੇ ਵਿੱਚ। ਬਹੁਤ ਸੋਹਣਾ ਚੈਪਟਰ ਹੈ, ਬਹੁਤ ਸੋਹਣਾ ਹੈ ਕਿ ਇੰਡੀਅਨ ਸਟੈਂਡਰਡ ਟਾਈਮ ਅਤੇ ਗ੍ਰੀਨਵਿਚ ਸਟੈਂਡਰਡ ਟਾਈਮ ਵਿਚਕਾਰ ਅੰਤਰ ਕਿੰਨਾ ਹੈ। ਅਗਰ ਅਸੀਂ ਇੰਡੀਅਨ ਦੀ ਗੱਲ ਕਰ ਰਹੇ ਨੇ, ਇੰਡੀਆ ਤੇ ਗ੍ਰੀਨਵਿਚ ਦਾ ਜਿਹੜਾ ਫਰਕ ਆ ਉਹ 5.5 ਘੰਟਿਆਂ ਦਾ ਹੈ। ਸਾਡਾ ਜੋ ਸਹੀ ਆਨਸਰ ਹੈ ਉਹ ਹੈ 5.5 ਘੰਟੇ। ਸੌਰ ਮੰਡਲ ਦਾ ਇੱਕੋ ਇੱਕ ਤਾਰਾ, ਵੈਰੀ ਇੰਪੋਰਟੈਂਟ ਐਂਡ ਵੈਰੀ ਕਨਫਿਊਜ਼ਿੰਗ ਕੁਐਸਚਨ। ਅਕਸਰ ਬੱਚੇ ਇਸ ਤੇ ਕਨਫਿਊਜ਼ ਹੋ ਜਾਂਦੇ ਨੇ ਕਿ ਸੌਰ ਮੰਡਲ 'ਚ ਇੱਕੋ ਇੱਕ ਤਾਰਾ ਕਿਹੜਾ ਹੈ, ਜੋ ਸਟਾਰ ਨੇ, ਇੱਕੋ ਇੱਕ ਸਟਾਰ ਕਿਹੜਾ ਇਸ ਸੋਲਰ ਸਿਸਟਮ ਦੇ ਵਿੱਚ? ਬੱਚੇ ਜੋ ਸੂਰਜ ਆ ਉਹ ਵੀ ਤਾਂ ਇੱਕ ਸਟਾਰ ਹੀ ਆ, ਓਬਵੀਅਸ ਆ ਕਿ ਉਹ ਸੂਰਜ ਹੋਵੇਗਾ, ਕਿਉਂਕਿ ਇਹ ਵੈਸੇ ਇਹ ਕਨਫਿਊਜ਼ਿੰਗ ਕੁਐਸਚਨ ਆ ਕਿ ਅਕਸਰ ਅਸੀਂ ਭੁੱਲ ਜਾਂਦੇ ਹਾਂ, ਕਿਉਂਕਿ ਸੂਰਜ ਆ ਜੋ ਉਹ ਵੀ ਇੱਕ ਸਟਾਰ ਹੀ ਹੈ, ਸੂਰਜ ਵੀ ਇੱਕ ਸਟਾਰ ਹੀ ਹੈ, ਇਸ ਲਈ ਇੱਕ ਸੌਰ ਮੰਡਲ ਦਾ ਇੱਕੋ ਇੱਕ ਤਾਰਾ ਹੈ ਜੋ ਸੂਰਜ ਹੈ। ਠੀਕ ਹੈ, ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕਿ ਭਾਰਤ ਨੇ ਆਜ਼ਾਦੀ ਤੋਂ ਤੁਰੰਤ ਬਾਅਦ ਜਿਹੜੀ ਵੱਡੀ ਸਮੱਸਿਆ ਦਾ ਸਾਹਮਣਾ ਕੀਤਾ ਸੀ ਉਹ ਕੀ ਸੀਗੀ? ਸਾਡੇ ਕੋਲ ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਸੀਗੀਆਂ, ਜਿਵੇਂ ਸ਼ੇਪ ਦਾ ਨੇਸ਼ਨ, ਐਸਟੈਬਲਿਸ਼ ਡੈਮੋਕ੍ਰੇਸੀ, ਜਾਂ ਫਿਰ ਇਹ ਵੱਡੇ ਚੈਲੰਜ ਸੀਗੇ ਇੰਡੀਆ ਦੇ ਲਈ, ਜਾਂ ਫਿਰ ਡਿਵੈਲਪਮੈਂਟ ਆਫ ਆਲ, ਇਹ ਸਾਰੇ ਕੁਝ ਇੱਕ ਵੱਡੇ ਚੈਲੰਜ ਸੀਗੇ। ਇਹਨਾਂ ਦੇ ਵਿੱਚੋਂ ਸਭ ਤੋਂ ਜਿਹੜੀ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪਿਆ ਸੀ ਉਹ ਕਿਹੜੀਆਂ ਸੀਗੀਆਂ? ਉਹੀ ਇੱਕ ਤਾਂ ਹੋ ਗਿਆ ਇਕਨੋਮਿਕਲ ਸਿਚੁਏਸ਼ਨ, ਜਿਹੜੀ ਸਾਡੀ ਸੀਗੀ ਗਰੀਬੀ ਸਾਡੇ ਕੋਲ ਸੀਗੀ, ਜਿਹੜੀ ਫੂਡ ਕ੍ਰਾਈਸਿਸ, ਸਾਡੇ ਕੋਲੇ ਭੋਜਨ ਖਤਮ ਹੋ ਰਿਹਾ ਸੀਗਾ, ਤੇ ਪਾਕਿਸਤਾਨ ਤੋਂ ਵੱਡੇ ਪੱਧਰ ਤੇ ਸ਼ਰਨਾਰਥੀਆਂ ਦਾ, ਰਿਫਿਊਜੀਜ਼ ਦਾ ਇੰਡੀਆ ਦੇ ਵਿੱਚ ਆਉਣਾ, ਜਾਂ ਫਿਰ ਉਪਰੋਕਤ ਸਾਰੇ, ਇਹ ਸਾਰੀਆਂ ਪ੍ਰੋਬਲਮ ਸੀਗੀਆਂ, ਇਸ ਲਈ ਸਾਡਾ ਇਹ ਆਪਸ਼ਨ ਡੀ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਕਿ ਹੇਠ ਲਿਖੀਆਂ ਜੋ ਕਿਹੜੀਆਂ ਸਥਿਤੀਆਂ ਦਾ ਜੁੱਟ ਕਣਕ ਦੀ ਵਧੀਆ ਕਾਸ਼ਤ ਲਈ ਲੋੜੀਂਦਾ ਹੈ? ਔਸਤ ਤਾਪਮਾਨ ਤੇ ਔਸਤ ਮੀਂਹ, ਵੱਧ ਤਾਪਮਾਨ ਭਾਰੀ ਮਾਤਰਾ 'ਚ ਮੀਂਹ ਨਹੀਂ, ਇਹ ਤਾਂ ਉਹ ਚਾਵਲ ਦੇ ਲਈ ਆ। ਵੱਧ ਤਾਪਮਾਨ ਔਸਤ ਮੀਂਹ, ਘੱਟ ਤਾਪਮਾਨ ਘੱਟ ਮੀਂਹ, ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਆਪਸ਼ਨ ਏ, ਔਸਤ ਤਾਪਮਾਨ ਹੋਵੇ ਤੇ ਔਸਤ ਹੀ ਮੀਂਹ ਪਵੇ। ਨੈਕਸਟ ਕੁਐਸਚਨ, ਸਾਡੇ ਸਾਈਕੋਲੋਜੀ ਨਾਲ ਰਿਲੇਟਡ ਹੁਣ ਕੁਐਸਚਨ ਸ਼ੁਰੂ ਹੋ ਰਹੇ ਨੇ, ਜਿਹੜੇ ਐਸਐਸਟੀ ਦੇ ਵਿੱਚ ਸਾਈਕੋਲੋਜੀ ਦੇ ਕੁਐਸਚਨ ਪੁੱਛੇ ਜਾਂਦੇ ਨੇ। ਕੁਐਸਚਨ ਨੰਬਰ 141, ਤਾਰਕਿਕ ਬੁੱਧੀ ਪ੍ਰਕਿਰਿਆ ਸਮਾਜ ਵਿਗਿਆਨ ਦਾ ਆਧਾਰ ਹੈ? ਅੰਕੜਿਆਂ ਸੰਬੰਧੀ ਵਿਧੀ ਦਾ, ਇਤਿਹਾਸਿਕ ਵਿਧੀ ਦਾ, ਤੁਲਨਾਤਮਕ ਵਿਧੀ ਦਾ, ਜਾਂ ਫਿਰ ਵਿਗਿਆਨਿਕ ਵਿਧੀ ਦਾ? ਸਹੀ ਆਨਸਰ ਹੈ ਸਾਇੰਟੀਫਿਕ ਮੈਥਡ, ਵਿਗਿਆਨਿਕ ਵਿਧੀ ਦਾ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਪ੍ਰਾਚੀਨ ਭਾਰਤ ਦਾ ਇਤਿਹਾਸ ਪੜ੍ਹਾਉਣ ਸਮੇਂ ਹੇਠ ਲਿਖਿਆਂ ਚੋਂ ਵਿਦਿਆਰਥੀਆਂ ਵਿੱਚ ਜਿਗਿਆਸਾ ਪੈਦਾ ਕਰਨ ਲਈ ਸਭ ਤੋਂ ਵਧੀਆ ਵਿਧੀ ਕਿਹੜੀ ਹੈ? ਅਖਬਾਰਾਂ ਦੀਆਂ ਕਾਤਰਾਂ, ਤਸਵੀਰਾਂ, ਅਜਾਇਬ ਘਰ ਘੁੰਮਣਾ, ਵਿਸ਼ੇਸ਼ਗ ਰਾਹੀਂ ਭਾਸ਼ਣ? ਤਾਂ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਅਸੀਂ ਪ੍ਰਾਚੀਨ ਇਤਿਹਾਸ ਪੜ੍ਹਾਉਣਾ ਹੈ, ਅਗਰ ਤੁਸੀਂ ਮਿਊਜ਼ੀਅਮ 'ਚ ਨਹੀਂ ਜਾਵੋਗੇ ਤਾਂ ਕਿਵੇਂ ਪੜ੍ਹਾ ਦੋਗੇ? ਸੋ ਸਹੀ ਆਨਸਰ ਹੈ ਇਹਦਾ ਅਜਾਇਬ ਘਰ 'ਚ ਘੁੰਮਣਾ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਸਾਡੇ ਵਾਤਾਵਰਣ ਤੇ ਵਾਤਾਵਰਣਕ ਪ੍ਰਦੂਸ਼ਣ ਦੇ ਪ੍ਰਭਾਵ ਬਾਰੇ ਪਾਠ ਤੋਂ ਬਾਅਦ ਅਧਿਆਪਕ ਹੇਠ ਲਿਖੇ ਪ੍ਰਸ਼ਨ ਪੁੱਛਦੀ ਹੈ, ਇਹਨਾਂ ਚੋਂ ਕਿਹੜਾ ਪ੍ਰਸ਼ਨ ਸਭ ਤੋਂ ਵੱਧ ਢੁਕਵਾਂ ਹੈ? ਅਸੀਂ ਵਾਤਾਵਰਣ ਦਾ ਪ੍ਰਦੂਸ਼ਣ ਪੜ੍ਹਾ ਰਹੇ ਹਾਂ, ਇਸ ਦਾ ਧਿਆਨ ਰੱਖਿਓ ਕਿ ਪ੍ਰਦੂਸ਼ਣ ਦੇ ਸਰੋਤ ਅਤੇ ਪ੍ਰਕਾਰਾਂ ਬਾਰੇ ਵਰਣਨ ਕਰੋ। ਸੈਕਿੰਡ ਹੈ ਕਿ ਵਾਤਾਵਰਣ ਚੋਂ ਪ੍ਰਦੂਸ਼ਣ ਖਤਮ ਕਰਨ ਲਈ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ? ਨੈਕਸਟ ਹੈ ਸਾਡੇ ਕੋਲ ਕਿ ਕੁਝ ਅਜਿਹੇ ਠੋਸ ਤਰੀਕਿਆਂ ਦੇ ਸੁਝਾਅ ਦਿਓ ਜਿਨ੍ਹਾਂ ਰਾਹੀਂ ਤੁਸੀਂ ਆਪਣੇ ਆਂਢ ਗੁਆਂਢ 'ਚ ਵਾਤਾਵਰਣਿਕ ਪ੍ਰਦੂਸ਼ਣ ਦੇ ਖਤਰੇ ਬਾਰੇ ਜਾਗਰੂਕਤਾ ਪੈਦਾ ਕਰ ਸਕੋ। ਜਾਂ ਫਿਰ ਡੀ ਕਿ ਵਾਤਾਵਰਣਿਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਦਾਰਥਾਂ ਦੀ ਸੂਚੀ ਤਿਆਰ ਕਰੋ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕਿ ਕੁਝ ਅਜਿਹੇ ਠੋਸ ਤਰੀਕੇ ਸੁਝਾਅ ਦਿਓ, ਇਹ ਵਾਲਾ ਤੁਹਾਡਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਸਮਾਜ ਵਿੱਚ ਪ੍ਰਚਲਿਤ ਸੱਭਿਆਚਾਰਕ ਭਿੰਨਤਾਵਾਂ ਸੰਬੰਧੀ ਜਮਾਤ 'ਚ ਹੋ ਰਹੇ ਸਮੂਹ ਵਿਚਾਰ ਵਟਾਂਦਰੇ ਸਮੇਂ ਜਮਾਤ ਦਾ ਰੁਖ ਇੱਕ ਭਖਵੀਂ ਬਹਿਸ 'ਚ ਤਬਦੀਲ ਹੋ ਜਾਂਦਾ ਹੈ। ਇਸ ਦੇ ਸਮਾਜਿਕ ਧੜੇਬੰਦੀ ਅਤੇ ਪੱਖਪਾਤ ਦਾ ਰੂਪ ਸਾਹਮਣੇ ਆਉਂਦਾ ਹੈ। ਅਜਿਹੀ ਪਰਿਸਥਿਤੀ ਵਿੱਚ ਤੁਸੀਂ ਅਧਿਆਪਕ ਹੋਣ ਦੇ ਨਾਂ ਤੇ ਕੀ ਕਰੋਗੇ? ਭਾਸ਼ਣ ਦੇਣਾ ਸ਼ੁਰੂ ਕਰ ਦੋਗੇ, ਅਨੇਕਤਾ 'ਚ ਏਕਤਾ ਸਾਡੇ ਵਧੀਆ ਹੁੰਦੀ ਹੈ, ਸਾਡੇ ਲਈ ਸਾਨੂੰ ਯੂਨਿਟੀ ਬਣਾ ਕੇ ਰੱਖਣੀ ਚਾਹੀਦੀ ਹੈ, ਸਮਾਜ 'ਚ ਵਿਲੱਖਣ ਗੁਣਾ ਹੈ ਇੱਕ। ਜਾਂ ਫਿਰ ਤੁਸੀਂ ਵਿਦਿਆਰਥੀਆਂ ਨੂੰ ਚੇਤਾਵਨੀ ਦਿਓਗੇ ਕਿ ਅੱਗੇ ਤੋਂ ਨਾ ਕਰਿਓ ਵੀ। ਜਾਂ ਫਿਰ ਤੁਸੀਂ ਵਿਚਾਰ ਵਟਾਂਦਰੇ ਨੂੰ ਉਸ ਸਮੇਂ ਬੰਦ ਕਰਾਓਗੇ ਕਿ ਬਸ ਬਹੁਤ ਡਿਬੇਟ ਹੋ ਗਈ, ਹੁਣ ਸਾਨੂੰ ਇਸ ਟੌਪਿਕ ਤੇ ਡਿਬੇਟ ਨਹੀਂ ਕਰਨੀ, ਤੁਸੀਂ ਤਾਂ ਲੜਾਈ ਤੇ ਉਤਰਿਆ। ਜਾਂ ਫਿਰ ਤੁਸੀਂ ਵਿਦਿਆਰਥੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਸਲਾਹ ਦਿਓਗੇ ਕਿ ਉਹ ਕਿਸੇ ਦੀ ਸੰਵੇਦਨਾਵਾਂ ਨੂੰ ਠੇਸ ਨਾ ਪਹੁੰਚਾਏ ਤੇ ਨਿਰਪੱਖ ਹੋ ਕੇ ਮਸਲੇ ਤੇ ਚਰਚਾ ਕਰੇ।
ਤਾਂ ਓਬਵੀਅਸ ਆ ਕਿ ਇਹਨਾਂ ਚਾਰਾਂ ਦੇ ਵਿੱਚੋਂ ਜੋ ਸਹੀ ਆਪਸ਼ਨ ਲੱਗ ਰਹੀ ਹੈ ਆਪਸ਼ਨ ਡੀ ਲੱਗ ਰਹੀ ਆ। ਸੋ ਸਹੀ ਆਨਸਰ ਆ ਜਿਹੜਾ ਸਾਡਾ ਆਪਸ਼ਨ ਡੀ ਏ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕਿ ਨਕਸ਼ੇ ਦੇ ਸੰਕੇਤ ਮਦਦ ਕਰਦੇ ਹਨ। ਨਕਸ਼ੇ ਦੇ ਪ੍ਰਤੀਕਾਂ ਨੂੰ ਦਰੁਸਤ ਪੜ੍ਹਨ ਦੇ ਵਿੱਚ, ਨਕਸ਼ੇ ਦੇ ਉਦੇਸ਼ ਨੂੰ ਸਮਝਣ ਦੇ ਵਿੱਚ, ਨਕਸ਼ੇ ਤੇ ਦਿੱਤੇ ਗਏ ਅਸਲ ਫਾਸਲੇ ਨੂੰ ਮਾਪਣ ਦੇ ਵਿੱਚ, ਜਾਂ ਫਿਰ ਦੋ ਉਸ਼ਣ ਕਟੀਬੰਦੀਆਂ ਵਿਚਕਾਰ ਵਖਰਿਆਉਣ ਵਿੱਚ। ਇਹ ਤਾਂ ਓਬਵੀਅਸ ਆ, ਹੋ ਹੀ ਨਹੀਂ ਸਕਦਾ। ਨਕਸ਼ੇ ਦੇ ਦਿੱਤੇ ਗਏ ਅਸਲ ਫਾਸਲਾ ਤੁਸੀਂ ਓਬਵੀਅਸ ਆ ਕਿ ਮਾਪ ਹੀ ਨਹੀਂ ਸਕਦੇ ਹੈਗੇ। ਨਕਸ਼ੇ ਦੇ ਉਦੇਸ਼ ਨੂੰ ਸਮਝਣਾ ਨਹੀਂ, ਇਹ ਵੀ ਸਹੀ ਨਹੀਂ ਹੈਗਾ। ਤਾਂ ਨਕਸ਼ੇ ਦੇ ਪ੍ਰਤੀਕਾਂ ਨੂੰ ਦਰੁਸਤ ਪੜ੍ਹਨ ਦੇ ਵਿੱਚ ਸਾਡਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਕਿ ਸਮਾਜ ਵਿਗਿਆਨ ਦੇ ਪਾਠ ਲਈ ਅਧਿਆਪਕ ਵੱਲੋਂ ਨਿਰਧਾਰਿਤ ਸਿੱਖਣ ਦੇ ਉਦੇਸ਼ਾਂ ਦੇ ਅਨੁਸਾਰ ਉਹ ਚਰਚਾ ਵਿਧੀ ਨੂੰ ਸਭ ਤੋਂ ਅਹਿਮ ਸਿੱਖਣ ਵਿਧੀ ਮੰਨ ਕੇ ਉਸ ਨੂੰ ਅਪਣਾਉਂਦੀ ਹੈ। ਪਾਠ ਦੀ ਸ਼ੁਰੂਆਤ 'ਚ ਚਰਚਾ ਦਾ ਆਰੰਭ ਉਹ ਕਿਵੇਂ ਕਰੇਗੀ? ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰਤੀਕਰਮ ਲਿਖਣ ਲਈ ਆਖੇਗੀ। ਵਿਚਾਰ ਵਟਾਂਦਰੇ ਨੇ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰੇਗੀ। ਨਿਯਮਾਂ ਦੀ ਵਿਦਿਆਰਥੀਆਂ ਨੂੰ ਇੱਕ ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਸਨਮਾਨ ਦੇਣ ਦੇ ਨਿਯਮਾਂ ਬਾਰੇ ਯਾਦ ਕਰਾਏਗੀ। ਵਿਦਿਆਰਥੀਆਂ ਨੂੰ ਪ੍ਰਸ਼ਨਾਂ ਦੀ ਇੱਕ ਸੂਚੀ ਪ੍ਰਦਾਨ ਕਰੇਗੀ। ਸਹੀ ਆਪਸ਼ਨ ਹੈ ਸੀ। ਗਾਇਸ ਤੁਸੀਂ ਨਾ ਕੀ ਕਰਨਾ ਹੈ ਕਿ ਇਸ ਤਰ੍ਹਾਂ ਦੇ ਕੁਐਸਚਨ ਦੇ ਵਿੱਚ ਤੁਸੀਂ ਸਿਰਫ ਔਰ ਸਿਰਫ ਪੋਜ਼ਿਟਿਵਿਟੀ ਲੱਭਣੀ ਹੈ। ਜਿਸ ਆਪਸ਼ਨ 'ਚ ਤੁਹਾਨੂੰ ਪੋਜ਼ਿਟਿਵਿਟੀ ਸਭ ਤੋਂ ਜ਼ਿਆਦਾ ਮਿਲ ਰਹੀ ਹੈ ਬਸ ਉਹ ਆਪਸ਼ਨ ਟਿਕ ਕਰ ਦਿਓ ਅਗਰ ਤੁਹਾਨੂੰ ਸਹੀ ਅੰਦਾਜ਼ਾ ਨਹੀਂ ਲੱਗ ਰਿਹਾ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਸਮਾਜ ਵਿਗਿਆਨ ਦੀ ਜਮਾਤ ਦਾ ਸਭ ਤੋਂ ਵੱਧ ਮੁੱਲਵਾਨ ਟੀਚਾ ਹੋਣਾ ਚਾਹੀਦਾ ਹੈ। ਵਿਦਿਆਰਥੀ ਅਕਾਦਮਿਕ ਵਿਸ਼ੇ ਵਸਤੂ ਨੂੰ ਸਿੱਖ ਸਕਣ, ਜਮਾਤ ਵਿੱਚ ਸਕਾਰਾਤਮਕ ਮਾਹੌਲ ਹੋਵੇ, ਵਿਸ਼ੇ ਵਸਤੂ ਦੀ ਸਿੱਖਿਆ ਸਕਾਰਾਤਮਕ ਸਮਾਜਿਕ ਅਤੇ ਭਾਵਨਾਤਮਕ ਮਾਹੌਲ ਵਿੱਚ ਦਿੱਤੀ ਜਾਵੇ, ਜਾਂ ਫਿਰ ਵਿਦਿਆਰਥੀ ਜਮਾਤ 'ਚ ਅਨੁਸ਼ਾਸਿਤ ਅਤੇ ਸਕਾਰਾਤਮਕ ਢੰਗ ਦਾ ਰਵੱਈਆ ਅਪਣਾਉਣ। ਇਸ ਦਾ ਜੋ ਸਹੀ ਆਪਸ਼ਨ ਹੈ ਹੋਏ ਵਿਸ਼ੇ ਵਸਤੂ ਦੀ ਸਿੱਖਿਆ ਸਕਾਰਾਤਮਕ ਪੋਜ਼ਿਟਿਵਿਟੀ ਸਮਾਜਿਕ ਭਾਵਨਾਤਮਕ ਮਾਹੌਲ ਵਿੱਚ ਦਿੱਤੀ ਜਾਵੇ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਅਸੀਂ। ਕੁਐਸਚਨ ਨੰਬਰ 148 ਕੁਐਸਚਨ ਸਾਡੇ ਕੋਲ ਹੈ ਕਿ ਸਮਾਜ ਵਿਗਿਆਨ ਦੀ ਸਭ ਤੋਂ ਸਟੀਕ ਪਰਿਭਾਸ਼ਾ ਕਿਹੜੀ ਹੈ? ਇਹ ਮਾਨਵੀ ਗੁਣਾਂ ਦੇ ਸਮੁੱਚੇ ਵੱਖ-ਵੱਖ ਪਹਿਲੂਆਂ ਦੇ ਵਿਸਤ੍ਰਿਤ ਅਧਿਐਨ ਢੰਗ ਰਾਹੀਂ ਹਾਸਲ ਕੀਤਾ ਗਿਆ ਗਿਆਨ ਹੈ। ਮਨੋਵਿਗਿਆਨ, ਸਮਾਜ ਸ਼ਾਸਤਰ, ਮਾਨਵ ਵਿਗਿਆਨ, ਅਰਥ ਸ਼ਾਸਤਰ, ਰਾਜਨੀਤੀ ਵਿਗਿਆਨ ਅਧਿਐਨ ਰਾਹੀਂ ਹਾਸਲ ਕੀਤਾ ਗਿਆ ਗਿਆਨ ਹੈ। ਅਜਿਹਾ ਸੰਕਲਪੀ ਖੇਤਰ ਹੈ ਜਿਸ ਦਾ ਮੰਤਵ ਸਮਾਜ ਦਾ ਵਿਕਾਸ ਕਰਨਾ, ਜਿਸ ਦਾ ਮੰਤਵ ਸਮਾਜ ਦਾ ਵਿਕਾਸ ਕਰਨਾ ਹੈ, ਜਾਂ ਫਿਰ ਉਪਰੋਕਤ ਚੋਂ ਕੋਈ ਵੀ ਨਹੀਂ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਏ। ਨੈਕਸਟ ਕੁਐਸਚਨ ਹੈ ਕਿ ਵਿਦਿਆਰਥੀਆਂ ਨੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਪਾਠ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਫੰਡਾਮੈਂਟਲ ਰਾਈਟਸ ਐਂਡ ਡਿਊਟੀਜ਼ ਸਮਝ ਲਿਆ ਚੰਗੀ ਤਰ੍ਹਾਂ, ਪਰੰਤੂ ਇਹ ਜਾਣਨ ਲਈ ਸਭ ਤੋਂ ਉਚਿਤ ਢੰਗ ਹੈ ਕਿ ਉਹ ਹੁੰਦਾ ਹੈ ਜਦੋਂ ਵਿਦਿਆਰਥੀ ਸਮਰਥ ਹੋਣ ਕਿ ਕੀ ਉਹਨਾਂ ਨੇ ਸਮਝ ਲਿਆ। ਇਹ ਸਾਨੂੰ ਪਤਾ ਕਿਵੇਂ ਲੱਗੂਗਾ? ਅਧਿਕਾਰਾਂ ਤੇ ਕਰਤੱਵਾਂ ਦਾ ਵਰਗੀਕਰਨ ਕਰਨ ਤੇ, ਅਧਿਕਾਰਾਂ ਤੇ ਕਰਤੱਵਾਂ ਵਿਚਕਾਰ ਤੁਲਨਾ ਕਰਨ ਤੇ, ਅਧਿਕਾਰਾਂ ਤੇ ਕਰਤੱਵਾਂ ਦੀ ਮਹੱਤਤਾ ਨੂੰ ਜ਼ਾਹਿਰ ਕਰਨ ਤੇ, ਜਾਂ ਫਿਰ ਇਹਨਾਂ ਅਧਿਕਾਰਾਂ ਤੇ ਕਰਤੱਵਾਂ ਨੂੰ ਸਹੀ ਢੰਗ ਨਾਲ ਕਿਵੇਂ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ ਉਸ ਤੇ ਠੋਸ ਉਦਾਹਰਣ ਪੇਸ਼ ਕਰਨ ਤੇ। ਡੀ ਆਪਸ਼ਨ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਪਾਣੀ ਸੰਸਾਧਨ ਦੇ ਪ੍ਰੋਜੈਕਟ ਤੇ, ਇੱਕ ਕੁਐਸਚਨ ਪ੍ਰੋਜੈਕਟ ਤੇ ਸਾਨੂੰ ਆਉਂਦਾ ਹੀ ਆਉਂਦਾ ਹੈ। ਪ੍ਰੋਜੈਕਟ ਇੱਕ ਇੰਪੋਰਟੈਂਟ ਟੌਪਿਕ ਹੈ ਸਾਡਾ। ਪਾਣੀ ਸੰਸਾਧਨ ਦੇ ਪ੍ਰੋਜੈਕਟ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਪਾਣੀ ਦੇ ਵੱਖ-ਵੱਖ ਸਰੋਤਾਂ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਸਮੂਹ ਬਣਾਏ, ਉਹਨਾਂ ਨੂੰ ਪ੍ਰਸੰਗਿਕ ਸਮੱਗਰੀ ਇਕੱਠੀ ਕਰਨ ਲਈ ਆਖੇ, ਪਾਣੀ ਸੰਸਾਧਨਾਂ ਦੀ ਵਰਤੋਂ ਲਈ ਭਾਸ਼ਣ ਦੇਵੇ, ਵਿਚਾਰ ਚਰਚਾ ਤੇ ਆਗਾਮੀ ਕਾਰਜਾਂ ਲਈ ਆਪਣੇ ਸਮੱਗਰੀ ਮੁਹੱਈਆ ਕਰਵਾਵੇ, ਵਿਦਿਆਰਥੀਆਂ ਨੂੰ ਸਾਡੇ ਮੁਲਕ ਵਿੱਚ ਉਪਲਬਧ ਪਾਣੀ ਸੰਸਾਧਨਾਂ ਬਾਰੇ ਦੱਸੇ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਆਪਸ਼ਨ ਏ। ਪਾਣੀ ਦੇ ਵੱਖ-ਵੱਖ ਸਰੋਤਾਂ ਦੇ ਆਧਾਰ ਤੇ ਵਿਦਿਆਰਥੀਆਂ ਦੇ ਸਮੂਹ ਬਣਾਵੇ ਅਤੇ ਉਹਨਾਂ ਨੂੰ ਪ੍ਰਸੰਗਿਕ ਸਮੱਗਰੀ ਇਕੱਠੀ ਕਰਨ ਲਈ ਆਖੇ। ਲਰਨਿੰਗ ਬਾਏ ਡੂਇੰਗ। ਸੋ ਇਸ ਦੇ ਨਾਲ ਹੀ ਸਾਡਾ ਜੋ ਟੌਪਿਕ ਹੈ ਖਤਮ ਹੋ ਰਿਹਾ ਹੈ। ਅਗਰ ਤੁਸੀਂ ਇਸ ਦੀ PDF ਫਾਈਲ ਲੈਣੀ ਹੈ ਇਸ ਪੇਪਰ ਦੀ, ਇਹਨਾਂ ਕੁਐਸਚਨਸ ਦੀ, ਤਾਂ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰੋ, ਟੈਲੀਗ੍ਰਾਮ ਗਰੁੱਪ ਨੂੰ ਵਿਜ਼ਿਟ ਕਰੋ, ਤੁਹਾਨੂੰ ਉੱਥੇ ਹਰ ਤਰ੍ਹਾਂ ਦੀ ਫਾਈਲ ਵੀ ਮਿਲੇਗੀ। ਇਸੇ ਲਈ ਮੈਂ ਵਾਰ-ਵਾਰ ਗਾਈਜ਼ ਕਹਿਣਾ ਹੁੰਦਾ ਕਿ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਵਿਜ਼ਿਟ ਕਰੋ। ਉੱਥੇ ਤੁਹਾਨੂੰ ਅਲੱਗ-ਅਲੱਗ ਕੁਐਸਚਨ ਆਨਸਰ ਮਿਲ ਰਹੇ ਨੇ, ਤੁਹਾਨੂੰ ਉੱਥੇ ਅਲੱਗ-ਅਲੱਗ ਫਾਈਲ ਸਾਰਾ ਮਟੀਰੀਅਲ ਤੁਹਾਨੂੰ ਅਸੀਂ ਉੱਥੇ ਪ੍ਰੋਵਾਈਡ ਕਰ ਰਹੇ ਹਾਂ। ਸੋ ਬਹੁਤ-ਬਹੁਤ ਥੈਂਕ ਯੂ।